ਹੈਲੋ एवरीवन आई होप रजे ਤੁਹਾਡੀ ਸਾਰਿਆਂ ਦੀ ਤਿਆਰੀ ਬਹੁਤ ਅੱਛੀ ਚੱਲ ਰਹੀ ਹੋਏਗੀ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਮੋਡੈਲਸ ਪੂਰੇ ਖਤਮ ਕਰ ਦੇਣੇ ਨੇ। ਠੀਕ ਹੈ, ਮੋਡੈਲਸ ਬਾਰੇ ਉਹੀ ਬੇਸਿਕ ਗੱਲਾਂ ਜੋ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਕਰ ਚੁੱਕੇ ਕਿ ਮੋਡੈਲਸ ਕੀ ਹੁੰਦੇ ਨੇ, ਹੈਲਪਿੰਗ ਵਰਬਸ ਹੁੰਦੀਆਂ ਨੇ। ਠੀਕ ਹੈ, ਹੈਲਪਿੰਗ ਵਰਬਸ ਹੁੰਦੀਆਂ ਨੇਗੀਆਂ ਔਰ ਆਪਾਂ ਇਹਨਾਂ ਨੂੰ ਕਦੇ ਵੀ ਇਕੱਲਾ ਨਹੀਂ ਯੂਜ਼ ਕਰ ਸਕਦੇ। ਇਹ ਹਮੇਸ਼ਾ ਹੈਲਪ ਮਤਲਬ ਮੇਨ ਵਰਬ ਦੇ ਨਾਲ ਚੱਲਦੀਆਂ ਨੇ, ਮੇਨ ਵਰਬ ਦੇ ਨਾਲ ਹਮੇਸ਼ਾ ਲੱਗਦੀਆਂ ਨੇ। ਔਰ ਜਿਹੜੀ ਇਹ ਮੇਨ ਵਰਬ ਹੈ ਹਮੇਸ਼ਾ ਆਪਣੀ ਫਸਟ ਫਾਰਮ 'ਚ ਹੁੰਦੀ ਹੈ। ਦੇਖੋ ਹਮੇਸ਼ਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਮੇਸ਼ਾ ਹੀ, ਕਈ ਵਾਰ ਐਕਸੈਪਸ਼ਨ ਕੇਸਿਸ ਹੁੰਦੇ ਨੇ, ਕਈ ਵਾਰ ਕੁਛ ਐਕਸਟਰਾ ਆਰਡੀਨਰੀ ਕੇਸਿਸ ਹੁੰਦੇ ਨੇ ਜਿੱਥੇ ਇਹ ਵਾਲੇ ਰੂਲਸ ਨਹੀਂ ਫੋਲੋ ਹੁੰਦੇ। ਲੇਕਿਨ ਆਪਾਂ ਮੋਸਟਲੀ ਜਿਹੜੀਆਂ ਚੀਜ਼ਾਂ ਫੋਲੋ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਹੀ ਕਹਿ ਦਿੰਦੇ ਹਾਂ ਕਿ ਜਰਨਲੀ ਵਰਬ ਦੀ ਫਸਟ ਫਾਰਮ ਆਉਂਦੀ ਹੈ। ਠੀਕ ਹੈ ਜੀ, ਜਿਵੇਂ ਹੁਣ ਮੈंने ਬੋਲਿਆ ਕਿ ਮੋਡੈਲਸ ਕਦੇ ਵੀ ਮੇਨ ਵਰਬ ਦਾ ਕੰਮ ਨਹੀਂ ਕਰ ਸਕਦੇ, ਲੇਕਿਨ ਬਹੁਤ ਸਾਰੇ ਕੇਸ ਹੁੰਦੇ ਨੇ ਜਦੋਂ ਮੋਡੈਲਸ ਮੇਨ ਵਰਬ ਦਾ ਕੰਮ ਵੀ ਕਰਦੇ ਨੇ। ਬਟ ਤੁਹਾਡੇ ਤੱਕ ਸਿਰਫ ਇੰਨਾ ਹੀ ਹੈ ਕਿ ਮਤਲਬ ਜਿੰਨਾ ਕੁ ਤੁਹਾਡੇ ਸਿਲੇਬਸ 'ਚ ਉਹਦੇ ਅਕੋਰਡਿੰਗ ਆਪਾਂ ਚੀਜ਼ਾਂ ਲੈ ਕੇ ਚੱਲ ਰਹੇ ਹਾਂ। ਠੀਕ ਹੈ, ਆਪਣੇ ਜਿਹੜੇ ਹੈਗੇ ਆ ਕੱਲ੍ਹ 10 ਕੁਐਸਚਨ ਹੋ ਗਏ ਸੀ, ਅੱਜ ਮੈਂ ਤੁਹਾਨੂੰ 20 ਕੁਐਸਚਨ ਕਰਾ ਦੇਣੇ ਨੇ। ਔਰ ਅੱਜ ਮੈਂ ਥੋੜ੍ਹਾ ਜਿਹਾ ਪੈਟਰਨ ਚੇਂਜ ਕੀਤਾ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਥੋੜ੍ਹਾ ਜਿਹਾ ਐਕਸਪਲੇਨ ਕਰਿਆ ਕਰੂੰਗੀ ਤਾਂ ਕਿ ਤੁਹਾਨੂੰ ਮਤਲਬ ਪਤਾ ਚੱਲ ਜਾਣ, ਹੈ ਨਾ। ਉਸ ਤੋਂ ਬਾਅਦ ਆਪਾਂ ਖੁਦ ਫਿਲ ਇਨ ਦਾ ਬਲੈਂਕ ਸੋਲਵ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਨੇ ਪ੍ਰੀਵੀਅਸ ਈਅਰ ਵੀ ਸੋਲਵ ਕਰਾਂਗੇ। ਸ਼ੁਰੂ ਕਰਦੇ ਹਾਂ। ਆਪਾਂ ਇੱਕ ਸ਼ੁੱਡ ਦੀ ਗੱਲ ਕੀਤੀ ਸੀ ਔਰ ਇੱਕ ਮਸਟ ਦੀ ਗੱਲ ਕੀਤੀ ਸੀ। ਠੀਕ ਹੈ, ਸ਼ੁੱਡ ਰਾਜੇ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਨੂੰ ਐਡਵਾਈਸ ਲੈਣੀ ਹੋਵੇ, ਕਿਸੇ ਨੂੰ ਮਤਲਬ ਕਿਸੇ ਤੋਂ ਐਡਵਾਈਸ ਲੈਣੀ ਹੋਵੇ ਜਾਂ ਆਪਾਂ ਕਿਸੇ ਨੂੰ ਐਡਵਾਈਸ ਦੇਣੀ ਹੋਵੇ, ਉਦੋਂ ਜਨਰਲੀ ਆਪਾਂ ਸ਼ੁੱਡ ਯੂਜ਼ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ ਇਫ ਆਈ ਐਮ ਸੇਇੰਗ ਦੈਟ ਯੂ ਸ਼ੁੱਡ ਗੋ ਹੋਮ ਨਾਓ, ਮਤਲਬ ਰਾਜੇ ਤੁਹਾਨੂੰ ਹੁਣ ਘਰੇ ਜਾਣਾ ਚਾਹੀਦਾ ਹੈ। ਠੀਕ ਹੈ, ਲੇਕਿਨ ਅਗਰ ਮੈਂ ਮਸਟ ਦੀ ਗੱਲ ਕਰਾਂ ਤਾਂ ਜਦੋਂ ਆਪਾਂ ਕੰਪਲਸ਼ਨ ਹੋ ਜਾਏ ਕਿਸੇ ਚੀਜ਼ ਦੀ, ਯੂ ਮਸਟ ਗੋ ਹੋਮ ਨਾਓ, ਦੈਟ ਮੀਨਸ ਹੁਣ ਤੈਨੂੰ ਘਰੇ ਜਾਣਾ ਹੀ ਪਊਗਾ। ਮੈਂ ਕੰਪਲਸਰੀ ਕਰਤਾ, ਮੈਂ ਔਡਰ ਦੇ ਦਿੱਤੇ ਕਿ ਘਰੇ ਚੱਲ ਜਾਓ, ਆਪਣੀ ਡਿਊਟੀ ਹੋ ਗਈ ਤੁਹਾਡੀ ਜਾਂ ਕੋਈ ਪ੍ਰੋਬੇਬਿਲਿਟੀ ਹੋਗੀ ਜਿਹਦੇ ਚਾਂਸਿਸ ਨੇ, ਤਾਂ ਉਦੋਂ ਆਪਾਂ ਕੀ ਯੂਜ਼ ਕਰਦੇ ਹਾਂ, ਮਸਟ ਯੂਜ਼ ਕਰਦੇ ਹਾਂ। ਹੁਣ ਤੁਹਾਨੂੰ ਵਿਦ ਦਾ ਹੈਲਪ ਆਫ ਜਿਹੜੀ ਆਪਾਂ ਨੇ ਕੁਐਸਚਨਸ ਲਏ ਨੇ ਜਾਂ ਜਿਹੜੇ ਆਪਾਂ ਫਿਲ ਇਨ ਦਾ ਬਲੈਂਕ ਲਈਆਂ ਨੇ, ਇਹਦੇ ਨਾਲ ਤੁਹਾਨੂੰ ਚੀਜ਼ਾਂ ਜ਼ਿਆਦਾ ਕਲੀਅਰ ਹੋ ਜਾਣਗੀਆਂ। ਜਿਵੇਂ ਕੁਐਸਚਨ ਨੰਬਰ 11 ਦੇਖੋ, ਯੂ ਡੈਸ਼ ਕੰਪਲੀਟ ਯੋਰ ਹੋਮਵਰਕ ਨਾਓ, ਤਾਂ ਜਦੋਂ ਇਹਨਾਂ ਨੇ ਨਾਓ ਕਹਿਤਾ ਤੁਹਾਨੂੰ ਉਦੋਂ ਹੀ ਪਤਾ ਚੱਲ ਗਿਆ ਕਿ ਇੱਥੇ ਆਰਡਰ ਹੋਏ ਨੇ। ਤਾਂ ਲੇਕਿਨ ਇੱਥੇ ਸਾਥ ਬਾਏ ਸਾਥ ਸਾਨੂੰ ਦਿੱਤਾ ਵੀ ਹੋਇਆ ਕਿ ਕੰਪਲਸ਼ਨ ਹੈ ਔਰ ਸਾਨੂੰ ਪਤਾ ਹੈ ਕਿ ਸ਼ੁੱਡ ਅਤੇ ਮਸਟ 'ਚ ਕੰਪਲਸਰੀ ਕੌਣ ਹੁੰਦਾ, ਸ਼ੁੱਡ ਅਤੇ ਮਸਟ 'ਚ ਕੰਪਲਸ਼ਨ ਨੂੰ ਕੌਣ ਸ਼ੋ ਕਰਦਾ, ਮਸਟ। ਸੋ ਸਾਡਾ ਇੱਥੇ ਕੀ ਆ ਜਾਏਗਾ, ਮਸਟ ਆਨਸਰ ਆ ਜਾਏਗਾ। ਇੱਦਾਂ ਸਹੀ ਲੱਗ ਰਿਹਾ ਹੈ ਨਾ ਪੜ੍ਹਨਾ, ਪਹਿਲਾਂ ਵਾਲੀ ਵੀਡੀਓ ਨਾਲੋਂ ਇਹ ਵਾਲੀ ਮੈਨੂੰ ਵੀਡੀਓ ਜ਼ਿਆਦਾ ਹੈਲਪਫੁਲ ਲੱਗ ਰਹੀ ਹੈ। ਚਲੋ ਐਨੀਵੇਜ਼ ਸੈਕਿੰਡ ਕੁਐਸਚਨ ਦੇਖ ਲਓ, ਯੂ ਡੈਸ਼ ਬੀ ਹੋਮ ਬਾਈ 11 o'clock, ਇੱਥੇ ਕੀ ਦਿੱਤੇ ਗਏ ਨੇ, ਆਰਡਰ ਦਿੱਤੇ ਗਏ ਨੇ, ਯਾਨੀ ਇੱਥੇ ਵੀ ਕੀ ਲੱਗੇਗਾ, ਮਸਟ ਲੱਗੇਗਾ, ਯਾਨੀ ਤੈਨੂੰ ਘਰੇ 11 ਵਜੇ ਆਉਣਾ ਹੀ ਪਏਗਾ। ਲੇਕਿਨ ਅਗਰ ਮੈਂ ਕਹਿ ਦਿੰਦੀ ਯੂ ਸ਼ੁੱਡ ਬੀ ਹੋਮ ਬਾਈ 11 o'clock, ਦੈਟ ਮੀਨਸ ਮੈਂ ਉੱਥੇ ਸਲਾਹ ਦੇ ਰਹੀ ਹਾਂ ਕਿ 11 ਵਜੇ ਤੱਕ ਘਰੇ ਆ ਜਾਈਂ ਭਾਈ, ਲੇਕਿਨ ਹੁਣ ਇੱਥੇ ਮੈਂ ਆਰਡਰ ਦਿੱਤੇ ਨੇ ਕਿ ਕੁਛ ਮਰਜ਼ੀ ਹੋ ਜਾਏ 11 ਵਜੇ ਤੱਕ ਮੈਨੂੰ ਘਰੇ ਚਾਹੀਦੇ ਹੋ। ਠੀਕ ਹੈ ਜੀ, ਓਕੇ ਵੈਰੀ ਗੁੱਡ। ਨੈਕਸਟ ਦੇਖ ਲਓ, ਥੋੜ੍ਹਾ ਜਿਹਾ ਹੋਰ ਲਿਖਿਆ ਹੋਇਆ, ਇਹਨੂੰ ਥੋੜ੍ਹਾ ਜਿਹਾ ਹੋਰ ਉੱਪਰ ਕਰ ਲੈਂਦੇ ਹਾਂ। ਓਕੇ ਦਿਸ ਇਜ਼ ਓਕੇ। ਹੁਣ ਕੈਨ ਔਰ ਵੁੱਡ ਦੀ ਗੱਲ ਕਰਦੇ ਹਾਂ। ਦੇਖੋ ਕੈਨ ਦੇ ਵਿੱਚ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਜਦੋਂ ਵੀ ਆਪਾਂ ਕਿਸੇ ਇਨਸਾਨ ਦੀ ਅਬਿਲਿਟੀ ਦੱਸਣੀ ਹੁੰਦੀ ਹੈ ਕਿ ਹਾਂ ਉਹ ਵਿਅਕਤੀ ਇਹ ਕੰਮ ਕਰ ਸਕਦਾ ਜਾਂ ਉਹ ਵਿਅਕਤੀ ਇਹ ਕੰਮ ਨਹੀਂ ਕਰ ਸਕਦਾ, ਉਦੋਂ ਆਪਾਂ ਕੈਨ ਯੂਜ਼ ਕਰਦੇ ਹਾਂ ਅਬਿਲਿਟੀ ਜਾਂ ਇਨਅਬਿਲਿਟੀ ਦੱਸਣ ਦੇ ਲਈ। ਫੋਰ ਐਗਜ਼ਾਮਪਲ ਯੂ ਕੈਨ ਕਰੈਕ ਦਾ ਮੈਰੀਟੋਰੀਅਸ ਐਗਜ਼ਾਮ, ਤੁਸੀਂ ਜਿਹੜਾ ਮੈਰੀਟੋਰੀਅਸ ਐਗਜ਼ਾਮ ਹੈ ਉਹ ਕਰੈਕ ਕਰ ਸਕਦੇ ਹੋ, ਇਹ ਤੁਹਾਡੇ 'ਚ ਅਬਿਲਿਟੀ ਹੈਗੀ ਹੈ। ਦੂਸਰਾ ਕੀ ਹੈ, ਇਨਫੋਰਮਲ ਪਰਮਿਸ਼ਨ ਦੇ ਲਈ। ਇਨਫੋਰਮਲ ਦੇ ਵਿੱਚ ਮੈंने ਬ੍ਰੈਕਟ ਦੇ ਵਿੱਚ ਫਰੈਂਡਸ ਲਿਖਤਾ ਕਿ ਜਦੋਂ ਆਪਾਂ ਕਿਸੇ ਆਪਣੇ ਦੋਸਤ ਮਿੱਤਰ ਜਾਂ ਕਿਸੇ ਹਾਣ ਦੇ ਤੋਂ ਹੈ ਨਾ ਪਰਮਿਸ਼ਨ ਵਗੈਰਾ ਲੈਣੀ ਹੁੰਦੀ ਹੈ, ਯਾਰ ਕੈਨ ਆਈ ਯੂਜ਼ ਯੋਰ ਪੈਨ ਪਲੀਜ਼, ਸੋ ਇਨਫੋਰਮਲ ਪਰਮਿਸ਼ਨ ਹੈ। ਠੀਕ ਹੈ, ਆਪਾਂ ਇਨਫੋਰਮਲ ਯੂਜ਼ ਕਰਦੇ ਹਾਂ। ਤਾਂ ਹੀ ਕਦੇ ਆਪਾਂ ਆਪਣੇ ਟੀਚਰਸ ਨੂੰ ਇਹ ਨਹੀਂ ਕਹਿੰਦੇ ਕੈਨ ਆਈ ਕਮ ਇਨ ਮੈਮ, ਨਹੀਂ, ਆਪਾਂ ਉੱਥੇ ਮੇ ਦਾ ਯੂਜ਼ ਕਰਦੇ ਹਾਂ ਕਿਉਂਕਿ ਮੇ ਥੋੜ੍ਹਾ ਜ਼ਿਆਦਾ ਰਿਸਪੈਕਟਫੁਲ ਵਰਡ ਹੈ। ਉਸ ਤੋਂ ਬਾਅਦ ਪੋਸੀਬਿਲਿਟੀ ਦੀ ਗੱਲ ਕਰਦੇ ਹਾਂ, ਔਰ ਪੋਸੀਬਿਲਿਟੀ ਵੀ ਕਿਹੜੀ, ਜਿਹੜੀ ਕਿ ਮੋਰ ਲਾਈਕਲੀ ਟੂ ਹੈਪਨ ਹੁੰਦੀ ਹੈ। ਮੈਥਸ ਦੀ ਜਿਹੜੀ ਮੈਂ ਪ੍ਰੋਬੇਬਿਲਿਟੀ ਦੀ ਕਲਾਸ ਲਗਾਈ ਸੀ ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਆਪਣੀ ਪ੍ਰੋਬੇਬਿਲਿਟੀ ਉਹ ਹਮੇਸ਼ਾ 0 ਅਤੇ 1 ਦੇ ਵਿਚਕਾਰ ਲਾਈ ਕਰਦੀ ਹੈ। 0 ਦੇ ਆਸ-ਪਾਸ ਮਤਲਬ ਉਹਦੇ ਘੱਟ ਚਾਂਸ ਨੇ, 1 ਦੇ ਨੇੜੇ ਤੇੜੇ ਮਤਲਬ ਉਹਦੇ ਜ਼ਿਆਦਾ ਚਾਂਸ ਨੇ। ਸੋ ਕੈਨ ਕੀ ਹੁੰਦਾ, ਉਹ 1 ਦੇ ਬਹੁਤ ਨੇੜੇ ਹੁੰਦਾ। ਦੈਟ ਮੀਨਸ ਕੈਨ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਪੋਸੀਬਿਲਿਟੀ ਕੀ ਹੁੰਦੀ ਹੈ, ਕਾਫੀ ਜ਼ਿਆਦਾ ਹੁੰਦੀ ਹੈ। ਠੀਕ ਹੈ, ਮਤਲਬ ਬਹੁਤ ਹੀ ਜ਼ਿਆਦਾ ਚਾਂਸ ਹੁੰਦੇ ਨੇ ਕਿਸੇ ਕੰਮ ਦੇ ਹੋਣ ਦੇ, ਉਦੋਂ ਆਪਾਂ ਕੈਨ ਯੂਜ਼ ਕਰਦੇ ਹਾਂ। ਹੁਣ ਥੋੜ੍ਹਾ ਜਿਹਾ ਵੁੱਡ ਦੇਖ ਲਓ। ਵੁੱਡ ਬੇਸਿਕਲੀ ਵਿਲ ਦਾ ਪਾਸਟ ਟੈਂਸ ਹੈ। ਠੀਕ ਹੈ, ਜਦੋਂ ਤੁਸੀਂ ਕਿਸੇ ਨੂੰ ਪੋਲਾਈਟਲੀ ਰਿਕੁਐਸਟ ਕਰਨੀ ਹੈ, ਠੀਕ ਹੈ, ਜਦੋਂ ਤੁਸੀਂ ਕਿਸੇ ਨੂੰ ਕੀ ਕਰਨੀ ਹੈ, ਕੋਈ ਰਿਕੁਐਸਟ ਵਗੈਰਾ ਕਰਨੀ ਹੈ ਤਾਂ ਉਦੋਂ ਆਪਾਂ ਵੁੱਡ ਦਾ ਇਸਤੇਮਾਲ ਕਰਦੇ ਹਾਂ, ਲੇਕਿਨ ਉਹਦੇ 'ਚ ਆਪਾਂ ਵਿਸ਼ ਇਨਕਲੂਡ ਕਰਦੇ ਹਾਂ, ਆਪਣੀ ਇੱਛਾ ਵੀ ਪ੍ਰਗਟ ਕਰਦੇ ਹਾਂ। ਅੱਗੇ ਆਪਾਂ ਐਗਜ਼ਾਮਪਲਸ ਕਰਾਂਗੇ, ਤੁਹਾਨੂੰ ਕਲੀਅਰ ਹੋ ਜਾਏਗਾ। ਪਾਸਟ ਦੀ ਕੋਈ ਹੈਬਿਟ ਨੂੰ ਦੱਸਣਾ ਹੋਵੇ ਤਾਂ ਆਪਾਂ ਵੁੱਡ ਯੂਜ਼ ਕਰਦੇ ਹਾਂ, ਜਾਂ ਕਿਸੇ ਅਨਰੀਅਲ ਸਿਚੁਏਸ਼ਨ ਦੀ ਗੱਲ ਕਰਦੇ ਹਾਂ ਤਾਂ ਉਦੋਂ ਆਪਾਂ ਵੁੱਡ ਯੂਜ਼ ਕਰਦੇ ਹਾਂ। ਐਗਜ਼ਾਮਪਲਸ ਦੀ ਮਦਦ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਕੁਐਸਚਨ ਨੰਬਰ 13 ਕੀ ਹੈ, ਰੀਤਾ ਡੈਸ਼ ਸਪੀਕ
ਇੰਗਲਿਸ਼ ਫਲੂਐਂਟਲੀ। ਦੈਟ ਮੀਨਸ ਜਿਹੜੀ ਰੀਤਾ ਹੈ ਉਹ ਕੀ ਕਰ ਰਹੀ ਹੈ, ਇੰਗਲਿਸ਼ ਨੂੰ ਬਹੁਤ ਫਲੂਐਂਟਲੀ ਬੋਲ ਰਹੀ ਹੈ। ਉਹਨਾਂ ਨੇ ਸਾਨੂੰ ਬ੍ਰੈਕਟ ਦਿੱਤਾ ਸ਼ੋਇੰਗ ਅਬਿਲਿਟੀ, ਤਾਂ ਮੈਂ ਹੁਣੇ ਤੁਹਾਨੂੰ ਕੀ ਕਰਾ ਕੇ ਹਟੀ ਹਾਂ ਕਿ ਜਿਹੜਾ ਕੈਨ ਹੈ ਉਹ ਕੀ ਕਰਦਾ, ਅਬਿਲਿਟੀ ਨੂੰ ਸ਼ੋ ਕਰਦਾ। ਸੋ ਇੱਥੇ ਆਪਣਾ ਆਨਸਰ ਕੀ ਆ ਜਾਏਗਾ, ਕੈਨ ਆ ਜਾਏਗਾ। ਤੁਹਾਡੀ 10th ਕਲਾਸ ਦੀ ਐਕਸਰਸਾਈਜ਼ ਦਾ ਇਹ ਇੱਕ ਮਤਲਬ ਫਿਲ ਇਨ ਦਾ ਬਲੈਂਕ ਹੈ, ਔਰ ਇਹੀ ਤੁਹਾਡੇ ਪ੍ਰੀਵੀਅਸ ਈਅਰ ਦੇ ਮੈਰੀਟੋਰੀਅਸ ਐਗਜ਼ਾਮ 'ਚ ਆਈ ਹੋਈ ਹੈ। ਤੁਹਾਨੂੰ ਪਤਾ ਚੱਲ ਗਿਆ ਹੁਣ ਕਿ ਇਹਦੇ ਵਿੱਚੋਂ ਹੀ ਐਕਸਰਸਾਈਜ਼ 'ਚੋਂ ਹੀ ਕੁਐਸਚਨ ਬਣ ਜਾਣੇ ਨੇ, ਠੀਕ ਹੈ ਜੀ। ਨੈਕਸਟ ਕੁਐਸਚਨ ਦੇਖ ਲਓ ਅਗੇਨ, ਨੈਕਸਟ ਕੁਐਸਚਨ ਦੇਖ ਲਓ ਕੀ ਕਹਿ ਰਹੇ ਨੇ। ਕੁਐਸਚਨ ਨੰਬਰ 14, ਹੀ ਟੋਲਡ ਮੀ ਦੈਟ ਹੀ ਰਿਟਰਨ ਟੂ ਹਿਜ਼ ਨੇਟਿਵ ਲੈਂਡ ਸੂਨ। ਉਹਨੇ ਮੈਨੂੰ ਕਿਹਾ ਸੀ ਕਿ ਉਹ ਆਪਣੀ ਨੇਟਿਵ ਲੈਂਡ 'ਤੇ ਚਲਾ ਜਾਵੇਗਾ। ਦੇਖੋ ਟੋਲਡ ਤੋਂ ਤੁਹਾਨੂੰ ਪਤਾ ਚੱਲ ਗਿਆ ਪਾਸਟ ਹੈ, ਅੱਧੇ ਦਾ ਤੁਹਾਨੂੰ ਅਗਰ ਟੈਂਸ ਆਉਂਦੇ ਨੇ ਤਾਂ ਆ ਤੁਹਾਡੀ ਆਪਸ਼ਨ ਆਟੋਮੈਟਿਕਲੀ ਚੂਜ਼ ਹੋ ਜਾਣਗੀਆਂ। ਜਿਵੇਂ ਵਿਲ ਤਾਂ ਆਪਾਂ ਫਿਊਚਰ ਲਈ ਯੂਜ਼ ਕਰਦੇ ਹਾਂ, ਔਰ ਵੁੱਡ ਆਪਾਂ ਪਾਸਟ ਲਈ ਯੂਜ਼ ਕਰਦੇ ਹਾਂ, ਔਰ ਸਾਨੂੰ ਪਤਾ ਚੱਲ ਗਿਆ ਇੱਥੇ ਟੋਲਡ ਯੂਜ਼ ਹੋਇਆ, ਦੈਟ ਮੀਨਸ ਪਾਸਟ ਦੀ ਗੱਲ ਚੱਲ ਰਹੀ ਹੈ। ਸੋ ਇੱਥੇ ਕੀ ਚੱਲੇਗਾ, ਇੱਥੇ ਆਪਣਾ ਲੱਗੇਗਾ ਵੁੱਡ ਲੱਗੇਗਾ। ਹੀ ਟੋਲਡ ਮੀ ਦੈਟ ਹੀ ਵੁੱਡ ਰਿਟਰਨ ਟੂ ਹਿਜ਼ ਨੇਟਿਵ ਲੈਂਡ ਸੂਨ। ਵੈਰੀ ਗੁੱਡ। ਅੱਗੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਦੇਖ ਲਓ। ਬੇਸਿਕਲੀ ਵਿਲ ਕਦੋਂ ਯੂਜ਼ ਕਰਦੇ ਹਾਂ, ਸਿੰਪਲ ਫਿਊਚਰ ਇਨ ਦ ਸੈਂਸ ਆਫ ਪ੍ਰੈਡਿਕਸ਼ਨ, ਜਦੋਂ ਆਪਾਂ ਫਿਊਚਰ ਬਾਰੇ ਥੋੜ੍ਹੀ ਬਹੁਤੀ ਪ੍ਰੈਡਿਕਸ਼ਨ ਕਰਨੀ ਹੁੰਦੀ ਹੈ। ਔਰ ਮਸਟ ਕਦੋਂ ਯੂਜ਼ ਕਰਦੇ ਹਾਂ, ਬੜਾ ਇੰਪੋਰਟੈਂਟ ਹੈ। ਮਸਟ ਬਹੁਤ ਆਇਆ ਤੁਹਾਡੇ ਪੇਪਰ ਦੇ ਵਿੱਚ, ਜਦੋਂ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਜਦੋਂ ਕੰਪਲਸ਼ਨ ਦਿਖਾਉਣੀ ਹੁੰਦੀ ਹੈ, ਜਦੋਂ ਪ੍ਰੋਬੇਬਿਲਿਟੀ ਸਟਰੋਂਗ ਹੁੰਦੀ ਹੈ, ਜਾਂ ਜਦੋਂ ਆਪਾਂ ਡਿਊਟੀ ਵਗੈਰਾ ਦੱਸਣੀ ਹੁੰਦੀ ਹੈ, ਆਪਾਂ ਆਲਰੇਡੀ ਕਰ ਚੁੱਕੇ ਨਾ। ਯੂ ਮਸਟ ਗੋ ਹੋਮ ਨਾਓ, ਦੈਟ ਮੀਨਸ ਤੁਹਾਨੂੰ ਘਰੇ ਜਾਣਾ ਚਾਹੀਦਾ ਹੈ। ਘਰੇ ਜਾਓਗੇ ਹੁਣ ਤੁਸੀਂ, ਤੁਹਾਨੂੰ ਆਰਡਰ ਮਿਲਣੇ ਆ, ਤੁਹਾਨੂੰ ਇਹ ਮੈਂ ਬਹੁਤ ਸਟ੍ਰਿਕਟਲੀ ਹੋ ਕੇ ਕਿਹਾ ਹੈ, ਠੀਕ ਹੈ। ਹੁਣ 15th ਕੁਐਸਚਨ ਦੇਖੋ ਕੀ ਕਹਿ ਰਹੇ ਨੇ। ਮੋਹਨ ਡੈਸ਼ ਸਟਿਲ ਬੀ ਲਾਈਂਗ ਇਨ ਬੈੱਡ। ਹੁਣ ਇੱਥੇ ਵਿਲ ਲੱਗੇਗਾ ਕਿ ਮਸਟ ਲੱਗੇਗਾ। ਦੇਖੋ ਰਾਜੇ ਇਹ ਕੀ ਹੈ, ਹੈਬੀਚੁਅਲ ਪ੍ਰੈਡਿਕਸ਼ਨ ਹੈ। ਪ੍ਰੈਡਿਕਸ਼ਨ ਦਾ ਸਿੱਧਾ ਜਿਹਾ ਮਤਲਬ ਕੀ ਹੁੰਦਾ, ਪੋਸੀਬਿਲਿਟੀ ਤਾਂ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਪ੍ਰੈਡਿਕਟ ਕਰ ਰਹੇ ਹੋ, ਮਤਲਬ ਤੁਸੀਂ ਕਿਸੇ ਚੀਜ਼ ਦੀ ਪੋਸੀਬਿਲਿਟੀ ਦੱਸ ਰਹੇ ਹੋ। ਹੁਣ ਇੱਥੇ ਇਹਨਾਂ ਨੇ ਕੀ ਕਹਿਤਾ, ਹੈਬੀਚੁਅਲ ਹੈ। ਹੈਬੀਚੁਅਲ ਤੋਂ ਕੀ ਪਤਾ ਚੱਲ ਗਿਆ ਕਿ ਜਿਹੜੀ ਵੀ ਉਹ ਪ੍ਰੈਡਿਕਸ਼ਨ ਹੈ ਉਹਦੇ ਹੋਣ ਦੇ ਚਾਂਸ ਜ਼ਿਆਦਾ ਨੇ। ਕਿਉਂ? ਕਿਉਂਕਿ ਉਹਦੀ ਹੈਬਿਟ ਬਣੀ ਹੋਈ ਹੈ ਨਾ। ਤਾਂ ਜਿਹੜੀ ਚੀਜ਼ ਹੈਬਿਟ ਬਣੀ ਹੁੰਦੀ ਹੈ ਉਹਦੀ ਆਪਾਂ ਪੋਸੀਬਿਲਿਟੀ ਬਹੁਤ ਜਲਦੀ ਲਾ ਲੈਂਦੇ ਹਾਂ ਕਿ ਹਾਂ ਇਹ ਚੀਜ਼ ਹੋਣ ਦੇ ਚਾਂਸ ਕੀ ਨੇ, ਜ਼ਿਆਦਾ ਨੇ, ਠੀਕ ਹੈ। ਔਰ ਵਿਲ ਅਤੇ ਮਸਟ ਦੇ ਵਿੱਚ ਇਹ ਚੀਜ਼ ਕੌਣ ਰਿਪਰੈਜ਼ੈਂਟ ਕਰਦਾ ਹੈ, ਮਸਟ ਰਿਪਰੈਜ਼ੈਂਟ ਕਰਦਾ। ਮੈंने ਲਿਖਿਆ ਨਾ ਸਟਰੋਂਗ ਪ੍ਰੋਬੇਬਿਲਿਟੀ ਦੱਸਦਾ ਹੈ। ਸੋ ਹੈਬੀਚੁਅਲ ਲੱਗਣ ਦੇ ਨਾਲ ਕੀ ਹੋ ਗਿਆ, ਸਾਡੀ ਪੋਸੀਬਿਲਿਟੀ ਸਟਰੋਂਗ ਹੋ ਗਈ। ਸੋ ਆਪਾਂ ਨੇ ਇੱਥੇ ਕੀ ਯੂਜ਼ ਕਰ ਲਿਆ, ਆਪਾਂ ਨੇ ਇੱਥੇ ਮਸਟ ਯੂਜ਼ ਕਰ ਲਿਆ। ਆਈ ਹੋਪ ਰਾਜੇ ਤੁਹਾਨੂੰ ਇਹ ਚੀਜ਼ਾਂ ਕਲੀਅਰ ਵੀ ਹੋ ਰਹੀਆਂ ਹੋਣਗੀਆਂ ਕਿ ਆਪਾਂ ਜਿਹੜੀ ਆਪਸ਼ਨ ਚੂਜ਼ ਕਰ ਰਹੇ ਹਾਂ ਉਹ ਕਿਉਂ ਕਰ ਰਹੇ ਹਾਂ, ਅਤੇ ਜਿਹੜੀ ਆਪਸ਼ਨ ਰਿਜੈਕਟ ਕਰ ਰਹੇ ਹਾਂ ਉਹ ਆਪਸ਼ਨ ਰਿਜੈਕਟ ਕਿਉਂ ਕਰ ਰਹੇ ਹਾਂ। ਅੱਗੇ ਕੁਐਸਚਨ ਨੰਬਰ 16 ਦੇਖ ਲਓ। ਦੈਟ ਡੈਸ਼ ਬੀ ਦ ਪੋਸਟਮੈਨ। ਹੁਣ ਪ੍ਰੈਡਿਕਸ਼ਨ ਹੈ। ਹੁਣ ਦੇਖੋ ਵਿਲ ਦਾ ਫਿਊਚਰ ਦਾ, ਹੁਣ ਫਿਊਚਰ 'ਚ ਆਪਾਂ ਥੋੜ੍ਹੀ ਕਹਿ ਰਹੇ ਹਾਂ, ਆਪਾਂ ਦੈਟ ਯੂਜ਼ ਥੋੜ੍ਹੀ ਕਰਾਂਗੇ, ਆਪਾਂ ਐਟ ਅ ਟਾਈਮ ਦੀ ਗੱਲ ਕਰ ਰਹੇ ਹਾਂ, ਦੈਟ ਮੀਨਸ ਆਪਾਂ ਪ੍ਰੈਜੈਂਟ ਦੀ ਗੱਲ ਕਰ ਰਹੇ ਹਾਂ। ਔਰ ਪ੍ਰੈਜੈਂਟ ਦੇ ਵਿੱਚ ਵੀ ਪ੍ਰੈਡਿਕਸ਼ਨ ਕਰ ਰਹੇ ਹਾਂ, ਦੈਟ ਮੀਨਸ ਆਪਾਂ ਮਸਟ ਲਗਾਵਾਂਗੇ। ਸੋ ਦੈਟ ਮਸਟ ਬੀ ਪੋਸਟਮੈਨ, ਮਤਲਬ ਉਹਨੂੰ ਜਿਹੜਾ ਹੈਗਾ ਪੋਸਟਮੈਨ ਹੀ ਹੋਣਾ ਚਾਹੀਦਾ ਹੈ, ਮਤਲਬ ਕੋਈ ਰੀਜ਼ਨਸ ਹੋਣਗੇ, ਠੀਕ ਹੈ। ਸੋ ਇੱਥੇ ਕੀ ਲੱਗੇਗਾ, ਮਸਟ ਲੱਗੇਗਾ। ਕੁਐਸਚਨ ਨੰਬਰ 16 ਦੇਖ ਲਓ। ਆਈ ਡੈਸ਼ ਸਮੈਲ ਅ ਫਾਇਰ ਬਰਨਿੰਗ। ਉਹਨਾਂ ਨੇ ਸਾਨੂੰ ਬ੍ਰੈਕਟਸ ਦੇਤਾ ਕਿ ਕੀ ਹੈ, ਸ਼ੋਇੰਗ ਅਬਿਲਿਟੀ। ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਇਹਨਾਂ ਕੈਨ ਦੇ ਵਿਲ 'ਚੋਂ ਅਬਿਲਿਟੀ ਕੌਣ ਦਿਖਾਉਂਦਾ ਹੈ, ਕੈਨ। ਸੋ 17 ਦਾ ਆਨਸਰ ਕੀ ਆ ਜਾਏਗਾ, ਕੈਨ ਆ ਜਾਏਗਾ। ਵੈਰੀ ਗੁੱਡ। ਕੁਐਸਚਨ ਨੰਬਰ 18 ਦੇਖ ਲਓ। ਦਿਆਨਾ ਡੈਸ਼ ਹੈਵ ਸਫਰਡ ਬੈਡਲੀ ਆਫਟਰ ਦ ਕਾਰ ਕ੍ਰੈਸ਼। ਹੁਣ ਕੀ ਲੱਗੇਗਾ, ਮਸਟ ਕੈਸ਼ ਸ਼ੈਲ। ਹੁਣ ਦੇਖੋ ਰਾਜੇ ਇਹ ਚੀਜ਼ ਨੂੰ ਧਿਆਨ ਨਾਲ ਸਮਝੋ। ਸਪੋਜੀਸ਼ਨ ਕੀ ਹੁੰਦੀ ਹੈ ਕਿ ਤੁਸੀਂ ਕਿਸੇ ਫੈਕਟ ਦੇ ਬੇਸ 'ਤੇ ਕਿਸੇ ਚੀਜ਼ ਨੂੰ ਅਜ਼ਿਊਮ ਕਰਦੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਅਜ਼ਿਊਮ ਕਰੀਏ, ਜਿਵੇਂ ਫੋਰ ਐਗਜ਼ਾਮਪਲ ਆਪਾਂ ਨੇ ਕਿਹਾ ਸੀਗਾ ਕਿ ਜਿਵੇਂ ਤੁਹਾਡੇ ਆਪਣਾ ਐਡਿਟ ਕਰਨ ਵਾਲੀ ਤੁਹਾਡੀ ਜਿਹੜੀ ਹੈ ਨਾ ਉਹ ਪੋਰਟਲ ਖੁੱਲ੍ਹਿਆ ਸੀ, ਹੁਣ ਉਹ ਬੰਦ ਹੋ ਗਿਆ। ਤਾਂ ਕਈ ਵੀਡੀਓਜ਼ ਕੀ ਆਈਆਂ ਕਿ ਦੇਖੋ ਜੀ ਹੁਣ ਤੁਹਾਡਾ ਪੋਰਟਲ ਬੰਦ ਹੋ ਗਿਆ, ਹੁਣ ਜਲਦੀ ਜਿਹੜਾ ਹੈਗਾ ਤੁਹਾਡਾ ਐਗਜ਼ਾਮ ਹੋਣ ਵਾਲਾ ਹੀ ਹੈ। ਸੋ ਆਪਾਂ ਨੇ ਪ੍ਰੈਡਿਕਟ ਕੀਤਾ ਹੈ, ਤਾਂ ਆਪਾਂ ਉੱਥੇ ਕੀ ਯੂਜ਼ ਕਰਾਂਗੇ, ਮਸਟ ਯੂਜ਼ ਕਰਾਂਗੇ, ਠੀਕ ਹੈ। ਦੈਟ ਮੀਨਸ ਕਿਸੇ ਗੱਲ ਦੇ ਬੇਸਿਸ 'ਤੇ ਆਪਾਂ ਕੋਈ ਚੀਜ਼ ਪ੍ਰੈਡਿਕਟ ਕਰ ਰਹੇ ਹਾਂ, ਲੌਜੀਕਲ ਰੀਜ਼ਨ ਦੇ ਰਹੇ ਹਾਂ, ਕੋਈ ਹਵਾ 'ਚ ਡਾਂਗਾ ਨਹੀਂ ਮਾਰ ਰਹੇ। ਸੋ ਇੱਥੇ ਲੌਜੀਕਲ ਰੀਜ਼ਨ ਕੀ ਹੈ ਕਿ ਬਈ ਜਿਹੜੀ ਦਿਆਨਾ ਗੀ ਨਾ ਉਹਦੀ ਕਾਰ ਕਰੈਸ਼ ਹੋਊਗੀ, ਤਾਂ ਓਬਵੀਅਸਲੀ ਵੀ ਸਿੱਧੀ ਜਿਹੀ ਗੱਲ ਹੈ ਕਿ ਉਹ ਦੁੱਖ 'ਚ ਤਾਂ ਹੋਏਗੀ ਹੀ ਹੋਏਗੀ। ਸੋ ਮਸਟ ਲੱਗੇਗਾ ਇੱਥੇ, ਠੀਕ ਹੈ। ਸੋ 18 ਦੇ ਵਿੱਚ ਕੀ ਆਏਗਾ, ਮਸਟ ਆ ਜਾਏਗਾ। ਵੈਰੀ ਗੁੱਡ। 19 ਦੇਖ ਲਓ। ਆਈ ਡੈਸ਼ ਲਾਈਕ ਟੂ ਹੈਵ ਅ ਕੱਪ ਆਫ ਕੌਫੀ। ਹੁਣ ਇੱਥੇ ਵਿਲ ਅਤੇ ਵੁੱਡ ਦੀ ਗੱਲ ਕੀਤੀ ਗਈ ਹੈ, ਅਤੇ ਹੁਣ ਇੱਥੇ ਸਾਨੂੰ ਸਾਈਡ ਬਾਈ ਸਾਈਡ ਦੱਸਦਾ ਕਿ ਵਿਸ਼ ਰਿਪਰੈਜ਼ੈਂਟ ਕਰ ਰਹੇ ਆ, ਠੀਕ ਹੈ। ਹੁਣ ਦੇਖੋ ਰਾਜੇ ਇਹਦੇ 'ਚ ਜਿਹੜੀ ਗੱਲਬਾਤ ਹੈਗੀ ਹੈ ਉਹਦੇ 'ਚ ਆਪਾਂ ਹੁਣ ਇੱਥੇ ਕੀ ਯੂਜ਼ ਕਰਾਂਗੇ, ਵੁੱਡ, ਕਿਉਂਕਿ ਇੱਥੇ ਇੱਛਾ ਪ੍ਰਗਟ ਕੀਤੀ ਜਾਂਦੀ ਹੈ, ਠੀਕ ਹੈ। ਵੁੱਡ ਦੇ ਵਿੱਚ ਆਪਾਂ ਇੱਛਾ ਪ੍ਰਗਟ ਕਰਦੇ ਹਾਂ, ਲੇਕਿਨ ਉਹਦੇ 'ਚ ਆਪਾਂ ਚੋਇਸ ਵੀ ਦਿੰਦੇ ਹਾਂ ਕਿ ਇੱਥੇ ਉਹਦੀ ਇੱਛਾ ਪੁੱਛੀ ਗਈ ਹੈ ਕਿ ਉਹਨੇ ਖੁਦ ਕਿਹਾ ਆਪਣੀ ਇੱਛਾ ਪ੍ਰਗਟ ਕੀਤੀ ਹੈ ਜਾਂ ਇੱਛਾ ਪੁੱਛੀ ਜਾਵੇ, ਤਾਂ ਆਪਾਂ ਵੁੱਡ ਦਾ ਇਸਤੇਮਾਲ ਕਰਦੇ ਹਾਂ ਕਿ ਆਈ ਵੁੱਡ ਲਾਈਕ ਟੂ ਹੈਵ ਅ ਕੱਪ ਆਫ ਕੌਫੀ। ਕਿ ਮੇਰੀ ਦੇਖੋ ਜੇ ਤਾਂ ਹੁੰਦਾ ਕਿ ਮੈਂ ਕੁਛ ਲੈ ਸਕਦਾ ਤਾਂ ਆਪਾਂ ਵਿਲ ਵੀ ਯੂਜ਼ ਕਰ ਸਕਦੇ ਸੀ, ਲੇਕਿਨ ਉਹਨੇ ਨਾਲ ਆਪਣੀ ਆਪਸ਼ਨ ਦਿੱਤੀ ਹੈ, ਚੋਇਸ ਦਿੱਤੀ ਹੈ ਕਿ ਮੈਂ ਕੌਫੀ ਪੀ ਸਕਦਾ, ਤਾਂ ਇੱਥੇ ਕੀ ਲੱਗੇਗਾ, ਇਸੇ ਕਰਕੇ ਇੱਥੇ ਕੀ ਲੱਗੇਗਾ, ਵੁੱਡ ਲੱਗੇਗਾ। ਨੈਕਸਟ ਕੁਐਸਚਨ ਨੰਬਰ 20
देख लो डैश दैट आई वर रिच। देखो हुण मैं तुहानूं अगेन क्या सीगा कि अगर तुहानूं टेंस आंदे ने तां टेंस के बेसिस ते काफ़ी चीज़ां सॉल्व हो जाणगियां। इत्थे वर लग्या होया दैट मीनस गल किहदी चल रही है, पास्ट दी चल रही है। और तुहानूं पता है पास्ट नूं कौन रिप्रजेंट करदा है, वुड रिप्रजेंट करदा है। सो इत्थे की आ जाएगा वुड दैट आई वर रिच। ठीक है जी। उस तो बाद राजे एक होर हुंदा मस्ट दा एक होर काम मैं तुहानूं दस्सिया सी हाईली डिटरमीनेशन। अगर तुसी किसी चीज़ के लिए बहुत ज़्यादा डिटरमाइंड हो, किसी चीज़ की बहुत ज़्यादा डेडिकेटेड हो तो आप मस्ट यूज़ करांगे। अगर तुसी किसी काम नूं लैके लैस डिटरमीनेशन हो तो उत्थे आपां की यूज़ करांगे, शुड यूज़ करांगे। आई होप दिस इज़ क्लीयर। आज हुण इहदे बेस ते क्वेश्चन करते हैं। क्वेश्चन नंबर 21 देखो ड्यूटी डैश बी डन। हुण इत्थे लिखिया ग्रेटर डिटरमीनेशन। हुण ग्रेटर डिटरमीनेशन है दैट मीनस आपां मस्ट यूज़ करांगे दैट ड्यूटी मस्ट बी डन। ड्यूटी जिहड़ी हैगी आ ओह होनी ही होनी चाहिदी है। क्वेश्चन नंबर 22 देखो आई विश ही डैश स्टैंड फर्स्ट। अगेन ये आपां ने की कीता, ये आपां ने अपनी इच्छा प्रगट की है। सो ये की लगेगा वुड लगेगा। और इच्छा दे नाल चॉइस भी फर्स्ट मतलब चॉइस भी दसी है कि फर्स्ट आ जाए वो। ठीक है। सो दैट्स वाई इत्थे अपना की आ जाएगा राजे वुड आ जाएगा। नैक्सट देख लो क्वेश्चन नंबर 23। आई होप तुहानूं समझ लग रहा सारा कुछ। ये वीडियो सफिशिएंट है मॉडल्स के लिए। ਇਹਦੇ ਨਾਲ ਤੁਹਾਡੇ 2 ਨੰਬਰ ਪੱਕੇ ਹੀ ਪੱਕੇ ਨੇ, ਉਹ ਤੁਹਾਡੇ 101% ਆ ਜਾਣਗੇ। ਬਸ ਇੱਕ ਵਾਰੀ ਆਪਸ਼ਨਾਂ ਦੇਖ ਲਿਓ ਨਾਲ ਜਿਹੜੀਆਂ ਜਿਵੇਂ ਚੀਜ਼ਾਂ ਆਹ ਵਾਲੀਆਂ ਦਿੱਤੀਆਂ ਹੁੰਦੀਆਂ ਨੇ ਇਹ ਵਾਲੀ ਚੀਜ਼ ਦੇਖ ਲਿਓ ਔਰ ਇੱਕ ਵਾਰ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ। ਠੀਕ ਹੈ। ਐਂਡ ਲੈਟ ਮੀ ਗਿਵ ਯੂਰ ਫੀਡਬੈਕ ਇਨ ਦ ਕਮੈਂਟ ਸੈਕਸ਼ਨ। ਓਕੇ ਕੁਐਸਚਨ ਨੰਬਰ 23 ਦੇਖੋ वी डैश रिस्पैक्ट अवर एल्डर्स। हुण इत्थे की है ड्यूटी नूं रिप्रजेंट करना। तो मैं दस्सिया सी कि मस्ट ड्यूटी नूं रिप्रजेंट करदा कि तुहानूं ये कोई सलाह नहीं है तुहाडे लई। ठीक है। सो कोई मतलब सलाह नहीं मैं दे रही, मैं इत्थे तुहानूं ड्यूटी दस रही हाँ कि तुहाडी जिम्मेदारी बनदी है कि तुसीं अपने वड्डियां दी की करो, रिस्पैक्ट करो। सो इत्थे की लग जाएगा वी मस्ट रिस्पैक्ट अवर एल्डर्स। अच्छा जे शुड लग जाता फिर इहदा की सेंस बन जाती, जे शुड लगा देंदे फिर ये सेंस बन जाती कि मैं तुहानूं सलाह दे रही हाँ कि तुहानूं अपने वड्डियां दी रिस्पैक्ट करनी चाहिए है। लेकिन इत्थे मैं ड्यूटी दस रही है तां करके 23 च की आएगा मस्ट इज़ द राइट आंसर। ਹੁਣ ਦੇਖੋ ਆ ਡੇਅਰ ਵੀ ਬੜਾ ਇੰਪੋਰਟੈਂਟ ਹੈ। ਤੁਸੀਂ ਨਾ ਜਦੋਂ ਟੀਵੀ ਵਗੈਰਾ ਜਾਂ ਫਿਲਮਾਂ ਦੇਖਦੇ ਹੋਵੋਗੇ ਉਹਦੇ 'ਚ ਸੋ ਕਾਲਡ ਅਮੀਰਜ਼ਾਦੇ ਹੁੰਦੇ ਨੇ ਜਿਹੜੇ ਉਹ ਕਹਿੰਦੇ ਹੁੰਦੇ ਨੇ ਹਾਊ ਡੇਅਰ ਯੂ ਟੂ ਮਤਲਬ ਹਾਊ ਡੇਅਰ ਯੂ ਟੂ ਟਾਕ ਟੂ ਮੀ ਲਾਈਕ ਦਿਸ, ਹੈ ਨਾ। ਐਵੇਂ ਜੋ ਨਹੀਂ ਬੋਲਦੇ ਹੁੰਦੇ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਐਵੇਂ ਗੱਲ ਕਰਨ ਦੀ। ਸੋ ਬੇਸਿਕਲੀ ਡੇਅਰ ਬੇਸਿਕਲੀ ਤੁਸੀਂ ਹਮੇਸ਼ਾ ਦੇਖਿਓ ਇੱਕ ਨੈਗੇਟਿਵ ਜਾਂ ਇੰਟੈਰੋਗੇਟਿਵ ਫਾਰਮ ਦੇ ਵਿੱਚ ਯੂਜ਼ ਹੁੰਦਾ ਜਿਹਦੇ 'ਚ ਆਪਾਂ ਕਹਿ ਦਿੰਦੇ ਹਾਂ ਕਰੇਜ ਦਿਖਾਉਂਦੇ ਹੈ ਨਾ। ਕਰੇਜ ਇਜ਼ ਬੇਸਿਕਲੀ ਇੱਥੇ ਪੋਜ਼ੀਟਿਵ ਨਹੀਂ, ਆਪਾਂ ਥੋੜ੍ਹਾ ਨੈਗੇਟਿਵ ਸੈਂਸ 'ਚ ਯੂਜ਼ ਕਰਦੇ ਹਾਂ ਕਿ ਤੇਰੀ ਹਿੰਮਤ ਕਿਵੇਂ ਹੋਈ ਐਵੇਂ ਕਰਨ ਦੀ, ਹੈ ਨਾ। ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਐਵੇਂ ਬੋਲਣ ਦੀ, ਮਤਲਬ ਉਹ ਚੀਜ਼ਾਂ 'ਚ ਆਪਾਂ ਡੇਅਰ यूज़ करते हैं हाउ डेयर यू, है ना, एवें बोलते होंगे ने। अच्छा एक नीड होंगे, नीड का जो मॉडल वर्ब है उदों आप कदों यूज़ करते हैं, पहली गल तो प्रेजेंट टेंस यूज़ किया जाता है। दूसरी गल जो आप नैसेसिटी दसनी हो कि ज़रूरत है ना, नीड का सीधा जा मतलब ज़रूरत है। सर जो कितने तुहानूं लगेगा कि उस चीज़ की ज़रूरत है तो उदों आप नीड यूज़ करांगे। इहदा वैसे बहुत घट यूज़ होंदा है। हुण 24th क्वेश्चन देखो हाउ डैश यू टॉक टू मी लाइक दिस। दैट मीनस इत्थे कई बार ना चीज़ां बोल के भी सोहणियां लगदियां ने। हाउ नीड यू टॉक टू मी लाइक दिस इन्ना वधिया नहीं लगता जिन्ना वधिया डेयर लगता, लेकिन फिर भी मैं इस बेस पर तुहानूं आंसर करना नहीं सिखाऊंगी। आप ऑलरेडी गल कर चुके हैं। जो आप दसना हो भी तेरी हिम्मत किवें हुई तो उदों आप की यूज़ करते हैं डेयर। सो 24th का आंसर क्या आएगा, डेयर आएगा। बोलते वक्त आप पूरा डेयर नहीं बोलते, डेयर बोलते हैं, है ना। हाउ डे यू टॉक टू मी लाइक दिस, इदा जी प्रोनाउंसिएशन है। ठीक है। उस तो बाद 25th देख लो की है हाउ डैश यू डू इट, तेरी हिम्मत किवें हुई है करन दी। सो इत्थे भी चैलेंज है। सो इत्थे भी की आएगा, डेयर आएगा। हाउ डे यू डू इट, तेरी हिम्मत भी किवें हुई ये चीज़ नूं करन दी। ठीक है। उस तो बाद एक चीज़ होर देख लो, अगर कैन ते कुड की गल करिए मैं तुहानूं दस चुकी हाँ कि कैन दे विच जिहड़ा प्रेजेंट की गल करते तुहाडी हुंदी अबिलिटी, तुहाडी हुंदी इनअबिलिटी कैन दसेगा। कुड इज़ बेसिकली पास्ट टेंस हुंदा कैन दा, पास्ट ये चल तुसीं लिख लिओ, पास्ट टेंस हुंदा किहदा कैन दा। उस तो बाद देखो दोनों ही पॉसिबिलिटी रिप्रजेंट करते हैं। कैन भी पॉसिबिलिटी दसदा ते कुड भी पॉसिबिलिटी दसदा है, लेकिन कैन वाली पॉसिबिलिटी किहड़ी हुंदी है, सर्टन मतलब जिहदे बहुत चांस हुंदे होण दे। लेकिन अगर मैं कुड यूज़ कर रही हाँ दैट मीनस उन्ने ज़्यादा चांस नहीं हैगे। जानी जिहड़ा कुड है वो 0 के नेड़े हुंदा ते जिहड़ा कैन है वो 1 के नेड़े हुंदा। कैन दे होण दे चांस ज़्यादा हुंदे ने, जदों आपां कुड यूज़ करते हैं दैट मीनस किसी काम दे होण दे चांस काफ़ी घट हुंदे ने। हुण ये देखो योर हैडेक डैश ऑल्सो बी ड्यू टू सम अदर प्रॉब्लम, कि जिहड़ा तुहाडा सिर दर्द हो रहा है ना शायद किसी होर प्रॉब्लम करके हो रहा होना। हुण उन्होंने सानू कैन ते कुड दसता, दैट मीनस पॉसिबिलिटी की गल कर रहे हैं, लेकिन उन्होंने सानू नाल देता नॉट वैरी श्योर। ये चीज़ बहुत ही श्योर नहीं है। अगर श्योर नहीं है दैट मीनस आपां की यूज़ करांगे, आपां यूज़ करांगे कुड। सो इत्थे की यूज़ करांगे कुड। लेकिन अगर आ जाता भी श्योर है ये चीज़ तो आपां कैन यूज़ करते, लेकिन हुण इन्होंने कहा सी कि श्योर नहीं है तो आपां की यूज़ किया, कुड यूज़ किया। वेरी गुड। बस 4 क्वेश्चन रह गए, बने रहो।
अरे भाई कितने तक पहुँच गए सीगे आई एम श्योर इट बी हाँ इत्थे तक सीगी पॉसिबल हाँ उस तो बाद आ गया अपना कैन ते मे। हुण देखो रजे हुण बड़ी ही इंपॉर्टेंट चीज़ है जिहड़ी मैं तुहानूं दस्सण जा रही हाँ। अगर मैं कैन ते मे दी इंडिविजुअली गल करा ना तो दोनों ही ज़्यादा पॉसिबिलिटी नूं रिप्रजेंट करते हैं कि किसी चीज़ के होने के चांस ज़्यादा होंदे ने। लेकिन जो कंपैरिजन कैन ते मे दे विच आ जाए तो उदों हमेशा कैन ज़्यादा पावरफुल होंदा। दैट मीनस कैन ज़्यादा पॉसिबिलिटी शो करता। हुण इह कंडीशनस ते डिपेंड करता। देखो रजे फॉर एग्जाम्पल हुण मैं तुहाथों वड्डी हाँ ये तो जो मैं तुहाडे नाल कंपैरिजन किया उदों मैं अपने आप नूं कहा कि मैं तुहाथों वड्डी हाँ उम्र च भी वड्डी हाँ क्वालिफिकेशन च भी वड्डी हाँ। लेकिन जो मैं अपना कंपैरिजन अपने पेरेंट्स नाल कीता तां उन्हां तों तां मैं छोटी हाँ ना। दैट मीनस सिचुएशनस दा फर्क पैंदा है। अगर आपां कैन ते मे दी इंडिविजुअली गल करिए तो दोनों की पॉसिबिलिटी ज़्यादा होंदी है। लेकिन जो कैन ते मे नूं आपस च कंपेयर किया जाता तो जिहड़ा कैन है उहदी पॉसिबिलिटी ज़्यादा होंदी है तो जिहड़ा मे है उहदी पॉसिबिलिटी की होंदी है घट होंदी है। तो जिहड़ी हुण मैं पहलां वाली वीडियो कराई सी उहदे च यही लॉजिक नाल सारे क्वेश्चन करके आयो ठीक है एक बारी जाके। ओके सो हुण आपां यूज़ करते हैं आई एम श्योर इट डैश बी क्योर्ड ठीक है। हुण इहदे च उन्होंने की कहता वैरी श्योर की है मतलब बहुत ज़्यादा श्योर है। दैट मीनस इत्थे की लगेगा कैन लगेगा। दैट मीनस इत्थे की आएगा अपना कैन आएगा। ओके वेरी गुड। आज नैक्सट देख लें नैक्सट के विच की गलबात चल रही है 28 राइट। इट डैश बी जया मतलब वो जया हो सकती है लेकिन ज़्यादा श्योर नहीं है हो सकती है पर घट चांस ने कि वो जया ही होवे। तो आप इत्थे की यूज़ करांगे मे यूज़ करांगे। इट मे बी जया कि वो जया हो सकती है लेकिन काफ़ी घट चांस ने भी वो जया होवे ठीक है जी। सो 28 तक ही आ गया मे। 29 देख लो आई डैश गो टू बाज़ार टूडे नॉट वेरी श्योर मतलब मैं बाज़ार जाना तो है लेकिन मेरे बहुत घट चांस ने जान दे। सो आप यूज़ करांगे मे। सो आई मे गो टू बाज़ार टूडे। एक क्लीयर है। उस तो बाद लास्ट वाला मैं तुहानूं दस चुकी हाँ शुड लैस डिटरमीनेशन के लिए यूज़ करते हैं तो जिहड़ा मे है वो आपां हाई डिटरमीनेशन के लिए यूज़ करते हैं। तो 30 तेरे अगे पिछे बड़ा हो जाता है हाँ ओके। सो 30 के की आ गया राम टेक एक्सरसाइज डेली। जो राम है वो रोज़ एक्सरसाइज करता है मस्ट लगेगा कि शुड लगेगा लेकिन उन्होंने की कहता लैस डिटरमीनेशन है और जिथे लैस डिटरमीनेशन होंदा उत्थे आपां की लगा दिंदे आ शुड। दैट मीनस एक्सरसाइज करता तो है लेकिन कोई ज़्यादा सीरीयस होकर नहीं करता। लेकिन अगर वही मैं मस्ट लगा दिंदी तो यदा मतलब की हो जाता कि वो रोज़ एक्सरसाइज बड़े ही सीरीयस लैके करता है ठीक है। हुण देखो रजे उस तो बाद मैं तुहानूं आह जिहड़े तुहाडे प्रीवियस ईयर क्वेश्चन है 5 क्वेश्चन ने ये फटाफट एक बार देख लो फिर अपनी वीडियो हो जानी है खत्म ठीक है जी। मैं तुहानूं ऑलरेडी मे बारे बहुत कुछ दस चुकी हाँ कि जो आप अपने टीचर्स तो परमिशन लैनी होंदी आपां मे दा यूज़ करते हैं जो पॉसिबिलिटी होंदी है उदों आपां मे दा यूज़ करते हैं। देखो इत्थे भी मैं मोर लाइकली टू हैपन लिखिया लेकिन कैन ते मे दे विच कैन ज़्यादा पावरफुल है मैं तुहानूं ऑलरेडी दस चुकी हाँ। और जो आपां किसी नूं विश या ब्लैसिंग्स देनियां होंदियां जिवें मे गॉड ब्लैस यू बच्चा पार्टी। सो दैट मीनस मैं तुहानूं यू नो दे रही हाँ कि परमात्मा तुहानूं हमेशा तुहाडा अच्छा ही करे। सो जो भी आपां किसी नूं विश देनी है तो उत्थे हमेशा अखां मीच के तुसीं हमेशा मे दा यूज़ करना है ठीक है। हुण तुहाडा प्रीवियस ईयर क्वेश्चन आया सी दैट डैश यू लिव लॉन्ग। हुण ओबवियसली किसी नूं दुआ दे रहे हो कि तू लंबी उम्र जीवें तो आपां इत्थे की यूज़ करांगे मे यूज़ करांगे। ऑप्शन नंबर बी इज़ द राइट आंसर दैट मे यू लिव लॉन्ग। वेरी गुड। क्वेश्चन नंबर 2 देखो की कह रहे ने डैश ओहो पेन गिर गया यू डैश रीड हिज लेटेस्ट बुक कहते तुहानूं उहदी लेटेस्ट बुक पढ़नी चाहिए। तो ये मैं की कर रही हाँ सुजैशन दे रही हाँ सलाह दे रही हाँ। और जो आपां सलाह दिंदे आ तो उदों आपां की यूज़ करते हैं शुड यूज़ करते हैं। हो सकता है इत्थे तुहानूं ऑप्शन इत्थे दिता होवे कि अगर तो देखो आ गया अबिलिटी कि अबिलिटी रिप्रजेंट करनी है तो कैन आ जाएगा। अगर होवे कि सुजैशन देना तो शुड आ जाएगा ठीक है जी। तो अगर बाई चांस चैलेंज आ जाता तो आपां डेयर टू कर देंगे लेकिन इत्थे कुछ भी नहीं है तो आपां मोस्टली मन के चलांगे कि सुजैशन दिता गया तो आपां की यूज़ करांगे शुड यूज़ करांगे। एक मिनट में पेन चक लिए ओके जी। नैक्सट देख लो क्वेश्चन नंबर 3 ऊपर ले ली ओके। क्वेश्चन नंबर 3 रिया डैश स्पीक इंग्लिश फ्लुएंटली। ऑलरेडी मैं तुहानूं करवा चुकी हाँ अबिलिटी दस रहा और अबिलिटी कौन दसदा कैन दसदा। वेरी गुड। सैकेंड लास्ट क्वेश्चन देख लो वॉक फास्ट एल्स यू डैश मिस द बस कहते जल्दी तुर लै नहीं तो तेरी बस निकल जानी है। सो इत्थे की दित्ती है सलाह दी है। सो आप इत्थे की यूज़ करांगे शुड दैट वॉक फास्ट एल्स यू शुड मिस द बस अदरवाइज मिस जी बस है वो मिस हो जानी है। देखो
ਇੱਦਾਂ ਹੋ ਜਾਂਦਾ ਕਈ ਵਾਰੀ ਚਲੋ ਇਟਸ ਓਕੇ। ਐਨੀਵੇ ਕੁਐਸਚਨ ਨੰਬਰ 5 ਮਾਈ ਗ੍ਰੈਂਡ ਮਦਰ ਡੈਸ਼ ਟੈਲ ਮੀ ਸਟੋਰੀਜ਼ ਇਨ ਮਾਈ ਚਾਈਲਡਹੁੱਡ। ਉਦੋਂ ਪਹਿਲਾਂ ਇੱਕ ਵਾਰ ਯੂਜ਼ ਟੂ ਦਾ ਮਤਲਬ ਦੇਖੋ, ਫਿਰ ਮੈਂ ਤੁਹਾਨੂੰ ਇਹਦਾ ਆਨਸਰ ਦੱਸਦੀ ਹਾਂ। ਦੇਖੋ ਯੂਜ਼ ਟੂ ਬੇਸਿਕਲੀ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਪਾਸਟ ਦੇ ਵਿੱਚ ਆਪਾਂ ਕਿਸੇ ਹੈਬਿਟ ਨੂੰ ਦੱਸਣਾ ਹੋਵੇ ਕਿ ਮੈਂ ਆਹ ਕਰਿਆ ਕਰਦੀ ਸੀ, ਆਈ ਯੂਜ਼ ਟੂ ਡੂ ਦਿਸ, ਕਿ ਮੇਰੀ ਆਦਤ ਸੀ। ਜਿਵੇਂ ਮੈंने ਲਿਖਿਆ ਕਿ ਹੀ ਯੂਜ਼ ਟੂ ਗੋ ਟੂ ਦਿੱਲੀ ਬਾਈ ਕਾਰ, ਉਹਦੀ ਆਦਤ ਸੀ ਕਿ ਉਹ ਦਿੱਲੀ ਕਿਵੇਂ ਜਾਇਆ ਕਰਦਾ ਸੀ, ਕਾਰ ਦੇ ਨਾਲ ਜਾਇਆ ਕਰਦਾ ਸੀ, ਠੀਕ ਹੈ। ਡਿਸਕੰਟੀਨਿਊ ਐਕਸ਼ਨ ਮਤਲਬ ਹੀ ਯੂਜ਼ ਟੂ ਪਲੇ ਹਾਕੀ, ਮਤਲਬ ਉਹ ਪਹਿਲਾਂ ਹਾਕੀ ਖੇਡਿਆ ਕਰਦਾ ਸੀ ਲੇਕਿਨ ਅੱਜ ਕੱਲ੍ਹ ਨਹੀਂ ਖੇਡਦਾ। ਜਾਂ ਸਿੱਧਾ ਮੈਂ ਤੁਹਾਨੂੰ ਇਹਨੂੰ ਬਾਈਂਡ ਅਪ ਕਰਕੇ ਦੇਤਾ, ਬਾਈਂਡ ਅਪ ਮੈंने ਇਸ ਤਰੀਕੇ ਨਾਲ ਕਰਕੇ ਦਿੱਤਾ ਕਿ ਜਦੋਂ ਵੀ ਕੋਈ ਪਾਸਟ ਦੀ ਹੈਬਿਟ ਨੂੰ ਹੋਵੇ ਤਾਂ ਆਪਾਂ ਯੂਜ਼ ਟੂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਹੁਣ ਇੱਥੇ ਦੇਖੋ ਕੁਐਸਚਨ ਕੀ ਸੀ, ਮਾਈ ਗ੍ਰੈਂਡ ਮਦਰ ਡੈਸ਼ ਟੈਲ ਮੀ ਸਟੋਰੀਜ਼ ਇਨ ਮਾਈ ਚਾਈਲਡਹੁੱਡ। ਮੇਰੇ ਜਿਹੜੇ ਦਾਦੀ ਜੀ ਸੀਗੇ ਉਹ ਮੇਰੇ ਬਚਪਨ 'ਚ ਮੈਨੂੰ ਬਹੁਤ ਕਹਾਣੀਆਂ ਸੁਣਾਇਆ ਕਰਦੇ ਸੀ। ਦੈਟ ਮੀਨਸ ਪਾਸਟ ਦੀ ਕੋਈ ਆਦਤ ਹੈ ਤਾਂ ਇੱਥੇ ਕੀ ਆਏਗਾ, ਯੂਜ਼ ਟੂ। ਮਾਈ ਗ੍ਰੈਂਡ ਮਦਰ ਯੂਜ਼ ਟੂ ਟੈਲ ਮੀ ਸਟੋਰੀਜ਼ ਇਨ ਮਾਈ ਚਾਈਲਡਹੁੱਡ। ਓਕੇ ਬੱਚਾ ਪਾਰਟੀ। ਸੋ ਫਾਈਨਲੀ ਆਪਣੀ ਇਹ ਵੀਡੀਓ ਖਤਮ ਹੋ ਚੁੱਕੀ ਹੈ ਔਰ ਇਹਦੇ ਨਾਲ ਹੀ ਤੁਹਾਡੇ 2 ਨੰਬਰ ਮੈਂ ਪੱਕੇ ਕਰਵਾਤੇ ਨੇ ਮੋਡਾਲਸ ਦੇ। आई होप ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਐਂਡ ਇਫ ਯੂ ਲਾਈਕ ਦ ਵੀਡੀਓ ਦੈਨ ਡੋਂਟ ਫੋਰਗੇਟ ਟੂ ਗਿਵ ਯੂਰ ਫੀਡਬੈਕ ਇਨ ਦ ਕਮੈਂਟ ਸੈਕਸ਼ਨ। ਐਂਡ ਕਈ ਵਾਰ ਨਾ ਬੋਲਦੇ ਇੱਕ ਦੋ ਲਾਈਨਾਂ ਉੱਪਰ ਥੱਲੇ ਹੋ ਜਾਂਦੀਆਂ ਨੇ, ਸੋ ਉਹ ਪਲੀਜ਼ ਸਮਝ ਲਿਆ ਕਰੋ, ਹੈ ਨਾ। ਸੋ ਥੈਂਕ ਯੂ ਸੋ ਮਚ एवरीवन फॉर वाचिंग दिस वीडियो एंड ऑल द बेस्ट, मे गॉड ब्लेस यू। ओके।